Hi students, my name is Lovepreet and I am working as a training and placement officer over modern group of colleges ਔਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 2018 ਬੈਚ ਦੇ ਹਿਸਾਬ ਦੇ ਨਾਲ ਜਿਹੜਾ ਸਾਡੇ ਕੋਲ ਆਰਗੇਨਾਈਜੇਸ਼ਨ ਬਿਹੇਵੀਅਰ ਦਾ ਸਿਲੇਬਸ ਹੈ ਅਸੀਂ ਉਸ ਸਿਲੇਬਸ ਦੇ ਨਾਲ ਆਪਣੇ ਲੈਕਚਰਸ ਨੂੰ ਡਿਲੀਵਰ ਕਰਦੇ ਪਏ ਹਾਂ ਔਰ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਯੂਨਿਟ ਨੰਬਰ 1 ਦੇ ਅੰਡਰ ਚੈਪਟਰ ਨੰਬਰ 2 ਇੰਡੀਵਿਜੂਅਲ ਬਿਹੇਵੀਅਰ ਇਨ ਐਨ ਆਰਗੇਨਾਈਜੇਸ਼ਨ ਇਹਦੇ ਉੱਤੇ ਪੜ੍ਹਨਾ ਹੈ ਔਰ ਇਹਦੇ ਉੱਤੇ ਹੀ ਅਸੀਂ ਗੱਲ ਕਰਨੀ ਹੈ। ਔਰ ਬਿਫੋਰ ਸਟਾਰਟਿੰਗ ਅ ਲੈਕਚਰ ਮੈਂ ਤੁਹਾਨੂੰ ਇੱਕ ਵਾਰੀ ਇਹ ਦੱਸ ਦਿੰਦਾ ਕਿ ਸਾਡੇ ਕੋਲ ਅੱਜ ਦੇ ਚੈਪਟਰ ਨੰਬਰ 2 ਦੇ ਵਿੱਚ ਕਿਹੜੇ ਟੌਪਿਕਸ ਅਸੀਂ ਕਵਰ ਕਰਨੇ। ਬਹੁਤ ਛੋਟਾ ਜਿਹਾ ਚੈਪਟਰ ਹੈ। ਪਹਿਲਾ ਟੌਪਿਕ ਇਹ ਹੈ ਕਿ ਫਾਊਂਡੇਸ਼ਨ ਆਫ ਇੰਡੀਵਿਜੂਅਲ ਬਿਹੇਵੀਅਰ ਐਂਡ ਫੈਕਟਰਸ ਅਫੈਕਟਿੰਗ ਦੀ ਇੰਡੀਵਿਜੂਅਲ ਬਿਹੇਵੀਅਰ। ਇੰਡੀਵਿਜੂਅਲ ਬਿਹੇਵੀਅਰ ਮੀਨਸ ਕਿ ਨਿੱਜੀ ਵਿਵਹਾਰ। ਪਹਿਲੇ ਨੰਬਰ 'ਤੇ ਅਸੀਂ ਗੱਲ ਕਰਾਂਗੇ ਫਾਊਂਡੇਸ਼ਨ ਆਫ ਐਨ ਇੰਡੀਵਿਜੂਅਲ ਬਿਹੇਵੀਅਰ। ਸਾਡਾ ਵਿਵਹਾਰ ਕਿਹਨਾਂ ਗੱਲਾਂ ਦੇ ਕਰਕੇ ਬਣਦਾ ਔਰ ਅਸੀਂ ਜੇ ਕੋਈ ਕਿਸੇ ਵਿਵਹਾਰ ਦੇ ਨਾਲ ਲੈ ਕੇ ਕਿਸੇ ਥਾਂ 'ਤੇ ਖੜ੍ਹੇ ਹੁੰਦੇ ਹਾਂ ਔਰ ਇਹਦੇ ਪਿੱਛੇ ਕਿਹਨਾਂ ਚੀਜ਼ਾਂ ਦੀ ਫਾਊਂਡੇਸ਼ਨ ਬੇਸ ਹੈ ਉਹਦੇ ਵਿੱਚ ਅਸੀਂ ਗੱਲ ਕਰਾਂਗੇ। ਦੀ ਇੰਡੀਵਿਜੂਅਲ ਬਿਹੇਵੀਅਰ ਨੂੰ ਸਮਝੀਏ ਔਰ ਇਹਦੇ ਉੱਤੇ ਆਪਾਂ ਗੱਲ ਕਰੀਏ ਕਿ ਇੰਡੀਵਿਜੂਅਲ ਬਿਹੇਵੀਅਰ ਕੈਨ ਬੀ ਡਿਫਾਈਨਡ ਐਜ਼ ਏ ਮਿਕਸ ਆਫ ਰਿਸਪੋਂਸਿਸ ਟੂ ਐਕਸਟਰਨਲ ਐਂਡ ਇੰਟਰਨਲ ਸਟਿਮੂਲਾਈ। ਇਟ ਇਜ਼ ਦਾ ਵੇ ਆਫ ਅ person reaction in different situations and the way someone expresses different emotions like anger, happiness, love, etc. ਔਰ ਅਸੀਂ ਇਹਨਾਂ ਰਿਐਕਸ਼ਨਸ ਦੇ ਉੱਤੇ ਕੀ ਸਪਸ਼ਟੀਕਰਨ ਦਿੰਦੇ ਹਾਂ ਇਹ ਸਾਡੇ ਇੰਡੀਵਿਜੂਅਲ ਬਿਹੇਵੀਅਰ ਦੇ ਉੱਤੇ ਡਿਪੈਂਡ ਕਰਦਾ ਹੈ। ਫੈਕਟਰਸ ਅਫੈਕਟਿੰਗ ਦੀ ਇੰਡੀਵਿਜੂਅਲ ਬਿਹੇਵੀਅਰ ਕਿਹੜੇ ਕਾਰਨਾਂ ਦੇ ਕਰਕੇ ਸਾਡਾ ਵਿਵਹਾਰ ਚੇਂਜ ਹੁੰਦਾ ਔਰ ਸਾਡਾ ਇੱਕ ਵਿਵਹਾਰ ਦੀ ਫਾਰਮੇਸ਼ਨ ਹੁੰਦੀ ਹੈ ਔਰ ਕਿਹੜੇ ਕਾਰਨ ਨੇ ਉਹ ਹੈ ਪਰਸਨਲ ਫੈਕਟਰਸ ਔਰ ਸਾਈਕੋਲੋਜੀਕਲ ਫੈਕਟਰ। ਪਰਸਨਲ ਫੈਕਟਰ ਕੀ ਹੈ ਕਿ ਸਾਡੇ ਕੋਲ ਏਜ ਹੋ ਸਕਦੀ, ਸਾਡਾ ਜੈਂਡਰ ਹੋ ਸਕਦਾ, ਐਜੂਕੇਸ਼ਨ ਹੋ ਸਕਦੀ ਹੈ, ਮੈਰੀਟੀਰੀਅਲ ਸਟੇਟਸ ਔਰ ਪੋਟੈਂਸ਼ੀਅਲਸ। ਔਰ ਉਸ ਦੇ ਨਾਲ ਸਾਡੇ ਕੋਲ ਜੇ ਅਸੀਂ ਸਾਈਕੋਲੋਜੀਕਲ ਫੈਕਟਰ ਦੀ ਗੱਲ ਕਰੀਏ ਤਾਂ ਪਰਸਨੈਲਿਟੀ, ਪਰਸੈਪਸ਼ਨ, ਐਟੀਟਿਊਡ, ਵੈਲਿਊਜ਼ ਐਂਡ ਲਰਨਿੰਗ। ਇਹ ਸਾਰੇ ਫੈਕਟਰਸ ਇੱਕ ਵਿਅਕਤੀ ਦੇ ਸੁਭਾਅ ਨੂੰ ਬਦਲਣ ਦੇ ਵਾਸਤੇ, ਉਸ ਵਿਅਕਤੀ ਨੂੰ ਬਣਾਉਣ ਦੇ ਵਾਸਤੇ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਔਰ ਇਹਨਾਂ ਸਾਰੇ ਫੈਕਟਰਸ ਦੀ ਹੀ ਅਸੀਂ ਅੱਜ ਸਟੱਡੀ ਕਰਨੀ ਹੈ ਔਰ ਬਹੁਤ ਛੋਟਾ ਜਿਹਾ ਟੌਪਿਕ ਹੈ। ਆਪਾਂ ਅੱਗੇ ਚੱਲਦੇ ਹਾਂ। ਸਾਡੇ ਕੋਲ ਆਉਂਦੇ ਪਰਸਨਲ ਫੈਕਟਰਸ। ਇਹ ਆਉਂਦਾ ਏਜ ਆਫ ਐਨ ਇੰਡੀਵਿਜੂਅਲ। ਅਸੀਂ ਗੱਲ ਕਰਦੇ ਹਾਂ ਕਿ ਬਾਏ ਦਾ ਚੇਂਜ ਆਫ ਐਨ ਏਜ ਦੀ ਡਿਸੀਜ਼ਨ ਮੇਕਿੰਗ ਆਫ ਐ ਪਰਟੀਕੂਲਰ ਇੰਡੀਵਿਜੂਅਲ ਇਜ਼ ਚੇਂਜਿੰਗ। ਅਮੰਗ ਦੀ ਪਰਸਨਲ ਫੈਕਟਰਸ ਇਨਫਲੂਐਂਸਿੰਗ ਬਿਹੇਵੀਅਰ ਦੀ ਮੋਸਟ ਇੰਪੋਰਟੈਂਟ ਇਜ਼ ਪਰਸਨਜ਼ ਏਜ। ਜਨਰਲੀ ਸਪੀਕਿੰਗ ਐਜ਼ ਏ ਇੰਪਲੋਈ ਗਰੋ ਓਲਡਰ ਹਿਜ਼ ਲੈਵਲ ਆਫ ਐਂਥੂਸੀਆਜ਼ਮ ਫॉर ਵਰਕ ਮੇ ਡਿਕਲਾਈਨ। ਹੁਣ ਜਿਉਂ ਉਮਰ ਦਾ ਵਾਧਾ ਹੁੰਦਾ, ਜਿਉਂ ਸਾਡੇ ਕੋਲ ਵਿਅਕਤੀ ਦੀ ਉਮਰ ਵੱਧਦੀ ਜਾਂਦੀ ਹੈ ਤਾਂ ਉਹਦੀ ਡਿਸੀਜ਼ਨ ਮੇਕਿੰਗ ਦੇ ਵਿੱਚ ਤਾਂ ਚੇਂਜ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਉਹਨੂੰ ਨਿਊ ਟੈਕਨੋਲੋਜੀਜ਼ ਨੂੰ ਅਡੋਪਟ ਕਰਨ ਦੇ ਵਾਸਤੇ ਥੋੜ੍ਹਾ ਪਰੇਸ਼ਾਨੀ ਆਉਂਦੀ ਹੈ ਔਰ ਇਸ ਦੇ ਨਾਲ ਹੀ ਕੁਝ ਹੈਲਥ ਇਸ਼ੂਜ਼ ਹੋ ਜਾਂਦੇ ਆ ਜਿਹਨੇ ਕਰਕੇ ਉਹ ਆਪਣੀ ਜੋਬ ਦੇ ਵਿੱਚ ਨਹੀਂ ਕੰਸਨਟਰੇਟ ਕਰ ਪਾਉਂਦੇ ਔਰ ਪਰਸਨਲ ਫੈਕਟਰਸ ਰਹਿੰਦੇ ਆ। ਔਰ ਜੈਂਡਰ ਆਫ ਐਨ ਇੰਡੀਵਿਜੂਅਲ। ਜੈਂਡਰ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਮੀਨਸ ਕਿ ਬੀਇੰਗ ਆ ਮੇਲ ਐਂਡ ਫੀਮੇਲ ਸਾਡੇ ਕੋਲ ਬਹੁਤ ਸਾਰੇ ਕੰਸਟ੍ਰੇਂਟਸ ਹੈ। ਫੋਰ ਐਗਜ਼ਾਮਪਲ ਦੀ ਮੈਂ ਗੱਲ ਕੀਤੀ ਹੈ ਕਿ ਮੇਲ ਇਨ ਅ ਵਰਕ ਪਲੇਸ ਜਨਰਲੀ ਸ਼ੋਜ਼ ਗ੍ਰੇਟਰ ਇੰਟਰਸਟ ਇਨ ਯੂਨੀਅਨ ਐਕਟੀਵਿਟੀਜ਼। ਕੋਈ ਯੂਨੀਅਨ ਬਣਦੀ ਤਾਂ ਉਹਦੇ ਵਿੱਚ ਸਾਡੇ ਕੋਲ ਜਿਹੜੇ ਮੇਲ ਕੈਂਡੀਡੇਟਸ ਆ ਉਹਨਾਂ ਦੇ ਬਹੁਤ ਵੱਡਾ ਯੋਗਦਾਨ ਰਹਿੰਦਾ ਬਟ ਕਿਤੇ ਨਾ ਕਿਤੇ ਅਗਰ ਅਸੀਂ ਫੀਮੇਲ ਇੰਪਲੋਇਜ਼ ਦੀ ਗੱਲ ਕਰੀਏ ਉਹ ਇਹਨਾਂ ਤੋਂ ਪਿੱਛੇ ਭੱਜਦੇ ਨੇ ਐਂਡ ਮੇ ਬੀ ਰਿਕਲਟੈਂਟ ਟੂ ਜੁਆਇਨ ਈਵਨ ਅ ਟ੍ਰੇਡ ਯੂਨੀਅਨਸ। ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਫੀਮੇਲ ਮੈਂਬਰਸ ਹੈ ਜਾਂ ਫੀਮੇਲ ਇੰਪਲੋਈਜ਼ ਹੈ ਉਹਨਾਂ ਦੀ ਨਾਈਟ ਸ਼ਿਫਟ ਰੈਸਟ੍ਰਿਕਟਡ ਹੁੰਦੀ ਹੈ ਔਰ ਈਵਨ ਦੋ ਕਿ ਜਿਹੜੀਆਂ ਸਾਡੇ ਕੋਲ ਜਦੋਂ ਨਾਈਟ ਸ਼ਿਫਟ ਰੈਸਟ੍ਰਿਕਟਡ ਹੋਣਗੀਆਂ ਔਰ ਕਿਤੇ ਨਾ ਕਿਤੇ ਜਿਹੜੇ ਜੈਂਟਸ ਹੈ ਉਹ ਇਸ ਓਪਰਚੁਨਿਟੀ ਨੂੰ ਗ੍ਰੈਬ ਕਰਕੇ ਆਪਣਾ ਓਵਰ ਟਾਈਮ ਵੀ ਵਧਾਉਂਦੇ ਆ। ਤਾਂ ਆਹ ਜਿਹੜੀਆਂ ਜੈਂਡਰ ਫੈਕਟਰਸ ਹੈ ਉਹ ਵੀ ਸਾਡੇ ਕੋਲ ਇੰਡੀਵਿਜੂਅਲ ਦੇ ਬਿਹੇਵੀਅਰ ਦੇ ਉੱਤੇ ਡਿਪੈਂਡ ਕਰਦੇ ਆ। ਅੱਗੇ ਆ ਜਾਂਦਾ ਐਜੂਕੇਸ਼ਨ ਆਫ ਐਨ ਇੰਡੀਵਿਜੂਅਲ। ਐਜੂਕੇਸ਼ਨ ਇੱਕ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਸਾਡੀ ਡਿਸੀਜ਼ਨ ਮੇਕਿੰਗ ਦੇ ਵਿੱਚ ਕਿਉਂਕਿ ਜਦੋਂ ਅਸੀਂ ਸਕੂਲ ਜਾਂ ਕਾਲਜਿਸ ਦੇ ਵਿੱਚ ਆਪਣੀ ਪੜ੍ਹਾਈ ਕਰਦੇ ਹਾਂ ਤਾਂ ਅਸੀਂ ਦੇਖਿਆ ਕਿ ਸਾਡਾ ਅਲੱਗ-ਅਲੱਗ ਟੀਚਰਾਂ ਦੇ ਨਾਲ, ਅਲੱਗ-ਅਲੱਗ ਬੱਚਿਆਂ ਦੇ ਨਾਲ, ਅਲੱਗ-ਅਲੱਗ ਧਰਮਾਂ ਦੇ ਲੋਕਾਂ ਦੇ ਨਾਲ ਵਿਚਰਨਾ ਰਹਿੰਦਾ ਹੈ ਜੋ ਕਿ ਸਾਨੂੰ ਅਲੱਗ-ਅਲੱਗ ਦੇ ਤਜਰਬੇ ਪ੍ਰੋਵਾਈਡ ਕਰਦਾ ਔਰ ਜਿਹਦੇ ਕਰਕੇ ਸਾਡਾ ਡਿਸੀਜ਼ਨ ਮੇਕਿੰਗ ਵੀ ਚੇਂਜ ਹੁੰਦਾ ਔਰ ਦੀ ਜਰਨਲ ਬਲੀਫ ਇਜ਼ ਦੈਟ ਦੀ ਐਜੂਕੇਸ਼ਨ ਡਿਸਿਪਲਿਨਸ ਏ ਪਰਸਨ। ਔਰ ਇਹਦੇ ਨਾਲ ਇੱਕ ਸਾਡੇ ਕੋਲ ਡਿਸਿਪਲਿਨ ਆਉਂਦਾ। ਐਨ ਐਜੂਕੇਟਡ ਇੰਪਲੋਈ ਨੋਜ਼ ਹਾਊ ਟੂ ਗੈਟ ਥਿੰਗਸ ਡਨ ਇਨ ਅ ਵਰਕ ਪਲੇਸ ਵਿਦਾਊਟ ਇਨਅਕਰਿੰਗ ਐਨੀ ਵਨ ਡਿਸਪਲੇਸ। ਕਿਸੇ ਨੂੰ ਡੀਮੋਟੀਵੇਟ ਕੀਤੇ ਬਿਨਾਂ ਅਸੀਂ ਕਿਵੇਂ ਹੱਲਾਸ਼ੇਰੀ ਦੇ ਕੇ ਕੰਮ ਲੈਣਾ ਹੈ। ਉਸ ਤੋਂ ਬਾਅਦ ਆ ਜਾਂਦਾ ਮੈਰੀਟੀਅਲ ਸਟੇਟਸ ਆਫ ਐਨ ਇੰਡੀਵਿਜੂਅਲ। ਅਸੀਂ ਦੇਖਦੇ ਹਾਂ ਕਿ ਦੋ ਪ੍ਰਕਾਰ ਦੀ ਜ਼ਿੰਦਗੀ ਹੈ, ਇੱਕ ਤਾਂ ਬੈਚਲਰਸ ਲਾਈਫ ਹੈ, ਇੱਕ ਮੈਰੀਟੀਅਲ ਲਾਈਫ। ਜਦੋਂ ਵਿਅਕਤੀ ਅਵਿਵਾਹਿਤ ਹੁੰਦਾ ਹੈ ਤਾਂ ਉਹ ਕਿਸੇ ਵੀ ਤਰੀਕੇ ਨਾਲ ਕਦੀ ਵੀ ਡਿਸੀਜ਼ਨ ਚੇਂਜ ਕਰਨ ਦੇ ਵਾਸਤੇ ਟਾਈਮ ਨਹੀਂ ਲੈਂਦਾ ਬਲਕਿ ਇੱਕ
ਵਿਆਹੇ ਹੋਏ ਵਿਅਕਤੀ ਦੀ ਜਾਂ ਵਿਆਹਿਆ ਹੋਇਆ ਕੋਈ ਇੰਪਲੋਈ ਹੈ ਜਿਸ ਦਾ ਸ਼ਾਦੀ ਹੋ ਚੁੱਕੀ ਆ, ਉਹਦੇ ਡਿਸੀਜਨ ਮੇਕਿੰਗ ਦੇ ਵਿੱਚ ਬਹੁਤ ਵੱਡਾ ਕੁਐਸਚਨ ਮਾਰਕ ਲੱਗੇਗਾ। ਕਿਉਂਕਿ ਉਹਨੂੰ ਇੱਕ ਸਿਕਿਉਰ ਜੌਬ ਚਾਹੀਦੀ ਹੈ, ਉਸ ਦੇ ਨਾਲ ਨਾਲ ਇੱਕ ਸਟੇਬਲ ਇਨਕਮ ਹੋਵੇ ਜਿਹਦੇ ਨਾਲ ਉਹਦੀ ਪਰਿਵਾਰ ਦੀ ਆਜੀਵਿਕਾ ਸਹੀ ਢੰਗ ਦੇ ਨਾਲ ਚੱਲ ਸਕੇ। ਔਰ ਇਹਦੇ ਕਰਕੇ ਕੁਝ ਜਿਹੜੇ ਮੈਰਿਡ ਕਪਲ ਹੈਜ਼ ਅ ਗ੍ਰੇਟਰ ਡੋਮੈਸਟਿਕ ਕਮਿਟਮੈਂਟਸ ਐਂਡ ਦੇਅਰਫੋਰ ਅਡੈਪਟਸ ਹਿਮਸੈਲਫ ਟੂ ਦੀ ਨੀਡਸ ਆਫ ਆਰਗੇਨਾਈਜੇਸ਼ਨ। ਔਰ ਜਿੱਦਾਂ ਹੀ ਸਾਡੇ ਕੋਲ ਆਰਗੇਨਾਈਜੇਸ਼ਨਸ ਦੀਆਂ ਨੀਡ ਚੇਂਜ ਹੁੰਦੀਆਂ, ਉਹ ਆਪਣੇ ਹਿਸਾਬ ਦੇ ਨਾਲ ਉਸ ਨੀਡਸ ਦੇ ਲਈ ਆਪਣੇ ਆਪ ਨੂੰ ਅਡੈਪਟੇਬਲ ਬਣਾ ਲੈਂਦਾ। ਪੋਟੈਂਸ਼ੀਅਲ ਆਫ ਐਨ ਇੰਡੀਵਿਜੂਅਲ, ਕਿ ਉਹ ਕੰਮ ਕਰਨ ਦਾ ਉਹਦੀ ਐਨਰਜੀ ਕਿੰਨੀ, ਸ਼ਕਤੀ ਕਿੰਨੀ ਹੈ। ਕਹਿਣ ਦਾ ਭਾਵ ਇਹ ਹੈ ਕਿ ਉਹ ਵੀ ਇੱਕ ਏਜ ਦੇ ਨਾਲ ਡਿਪੈਂਡ ਕਰਦੀ ਹੈ ਔਰ ਇੱਕ ਇੰਡੀਵਿਜੂਅਲ ਦੇ ਨਾਲ ਡਿਪੈਂਡ ਕਰਦੀ ਹੈ। ਪਹਿਲੇ ਨੰਬਰ 'ਤੇ ਹੈ ਕਿ ਇੱਕ ਵਿਅਕਤੀ ਇੱਕ ਦਿਨ ਦੇ ਵਿੱਚ 20 ਕੁਰਸੀਆਂ ਬਣਾਉਂਦਾ, ਇੱਕ ਵਿਅਕਤੀ ਇੱਕ ਦਿਨ ਦੇ ਵਿੱਚ 40 ਕੁਰਸੀਆਂ ਬਣਾਉਂਦਾ, ਇਹ ਉਹਦਾ ਪੋਟੈਂਸ਼ੀਅਲ ਹੈ। ਐਂਡ ਪੋਟੈਂਸ਼ੀਅਲ ਵੇਰੀਜ਼ ਫਰੋਮ ਇੰਡੀਵਿਜੂਅਲ ਟੂ ਇੰਡੀਵਿਜੂਅਲ, ਐਂਡ ਉਹਦੇ ਉਸ ਪੋਟੈਂਸ਼ੀਅਲ ਦੇ ਕਰਕੇ ਹੀ ਡਿਸੀਜ਼ਨ ਮੇਕਿੰਗ ਦੀ ਇੰਡੀਕੇਸ਼ਨ ਹੁੰਦੀ ਹੈ। ਔਰ ਜਿਵੇਂ ਇਹਦੇ ਵਿੱਚ ਡਿਸਕ੍ਰਾਈਬ ਕੀਤਾ, ਡਿਸੀਜ਼ਨ ਮੇਕਿੰਗ ਇੰਡੀਕੇਟਸ ਦੀ ਪੋਟੈਂਸ਼ੀਅਲ ਐਂਡ ਵਾਈਸ ਵਰਸਾ। ਇਹ ਸੀ ਕੁਝ ਪਰਸਨਲ ਫੈਕਟਰਸ। ਅੱਗੇ ਅਸੀਂ ਗੱਲ ਕਰਦੇ ਸਾਈਕੋਲੋਜੀਕਲ ਫੈਕਟਰ ਦੇ ਵਿੱਚ। ਅਸੀਂ ਪਿਛਲੇ ਲੈਕਚਰ ਦੇ ਵਿੱਚ ਗੱਲ ਕੀਤੀ ਹੈ ਕਿ ਸਾਈਕੋਲੋਜੀਕਲ ਫੈਕਟਰਸ ਉਹ ਰਹਿੰਦੇ ਆ ਕਿ ਜਿਹੜੇ ਬੰਦੇ ਦੇ ਮਾਨਸਿਕਤਾ ਦੇ ਉੱਤੇ ਡਿਪੈਂਡੈਂਟ ਹੈ। ਪਹਿਲੇ ਨੰਬਰ 'ਤੇ ਹੈ ਕਿ ਸਾਡੇ ਕੋਲ ਪਰਸਨੈਲਿਟੀ ਇਜ਼ ਡਿਫਾਈਨਡ ਐਜ਼ ਦ ਕਰੈਕਟਰਿਸਟਿਕਸ ਸੈਟ ਆਫ ਬਿਹੇਵੀਅਰਸ, ਕੋਗਨੀਟਸ, ਇਮੋਸ਼ਨ ਪੈਟਰਨਸ ਡੈਟ ਇਨਵੋਲਵ ਦੀ ਬਾਇਓਲੋਜੀਕਲ ਐਂਡ ਇਨਵਾਇਰਮੈਂਟਲ ਫੈਕਟਰਸ। ਔਰ ਇਨਵਾਇਰਮੈਂਟਲ ਫੈਕਟਰਸ ਦੇ ਨਾਲ ਨਾਲ ਉਹਦੀ ਪਰਵਰਿਸ਼ ਕਿਸ ਤਰੀਕੇ ਦੀ ਹੋਈ ਆ, ਉਹਨੂੰ ਕੀ ਸਿਖਾਇਆ ਗਿਆ, ਉਹ ਸਾਰੀ ਇੱਕ ਪਰਸਨੈਲਿਟੀ ਦੇ ਰੂਪ ਦੇ ਵਿੱਚ ਨਿਕਲ ਕਰਕੇ ਬਾਹਰ ਆਉਂਦਾ। ਕੇਵਲ ਇੱਕ ਵਧੀਆ ਡਰੈਸਿੰਗ ਸੈਂਸ ਹੋਣਾ ਉਹਦੀ ਪਰਸਨੈਲਿਟੀ ਨੂੰ ਡਿਸਕ੍ਰਾਈਬ ਨਹੀਂ ਕਰਦੀ, ਇਹਦੇ ਵਿੱਚ ਚੰਗੀਆਂ ਆਦਤਾਂ, ਉਹਨਾਂ ਦਾ ਉੱਠਣਾ ਬੈਠਣਾ, ਖਾਣਾ ਪੀਣਾ, ਸਾਰਾ ਕੁਝ ਕਨਕਲੂਡ ਕਰਦਾ ਹੈ। ਪਰਸੈਪਸ਼ਨ ਆਫ ਐਨ ਇੰਡੀਵਿਜੂਅਲ, ਅਸੀਂ ਪਰਸੈਪਸ਼ਨ ਦੀ ਜੇਕਰ ਗੱਲ ਕਰਦੇ ਹਾਂ, ਪਰਸੈਪਸ਼ਨ ਮੀਨਸ ਕਿ ਹਾਊ ਵੀ ਸੀ ਦੀ ਥਿੰਗਸ ਅਰਾਊਂਡ ਆਵਰ ਸੈਲਫ। ਇੱਕ ਸਾਡੇ ਕੋਲ ਪਾਣੀ ਦਾ ਗਿਲਾਸ ਹੈ, ਉਹਦੇ ਵਿੱਚ ਅੱਧਾ ਗਿਲਾਸ ਭਰਿਆ ਹੋਇਆ, ਔਰ ਇੱਕ ਵਿਅਕਤੀ ਦਾ ਦੇਖਣ ਦਾ ਜ਼ਰੀਆ ਹੋ ਸਕਦਾ, ਕੋਈ ਤਾਂ ਉਹਨੂੰ ਅੱਧਾ ਗਲਾਸ ਖਾਲੀ ਬੋਲ ਸਕਦਾ ਔਰ ਕੋਈ ਉਹਨੂੰ ਅੱਧਾ ਗਲਾਸ ਭਰਿਆ ਬੋਲ ਸਕਦਾ, ਪਰ ਹੈ ਆਪਣੀ ਜਗ੍ਹਾ 'ਤੇ ਦੋਨੋਂ ਠੀਕ, ਲੇਕਿਨ ਉਹਨਾਂ ਦੀ ਡਿਪੈਂਡੈਂਸੀ ਹੈ ਕੋਗਨੀਟਿਵ ਦੇ ਪਾਵਰਸ ਦੇ ਉੱਪਰ ਕਿ ਉਹ ਕਿਸ ਤਰੀਕੇ ਦੇ ਨਾਲ ਸੋਚਦੇ। ਪਰਸੈਪਸ਼ਨ ਇਜ਼ ਦਾ ਪ੍ਰੋਸੈਸ ਆਫ ਨੋਇੰਗ ਔਰ ਅੰਡਰਸਟੈਂਡਿੰਗ ਏ ਗਿਵਨ ਸਿਚੁਏਸ਼ਨ ਇਜ਼ ਪ੍ਰਸਾਈਬਡ ਡਿਫਰੈਂਟ ਬਾਈ ਡਿਫਰੈਂਟ ਪੀਪਲ। ਇਨ ਦੀ ਪਰਸੈਪਸ਼ਨ ਆਫ ਅ ਪਰਸਨ ਇਜ਼ ਕਰੈਕਟ ਦੈਨ ਦੀ ਆਰਗੇਨਾਈਜੇਸ਼ਨ ਸਟੈਂਡਸ ਟੂ ਬੈਨੀਫਿਟ। ਔਰ ਜੇਕਰ ਉਹਦਾ ਪਰਸੈਪਸ਼ਨ ਰੋਂਗ ਹੈ, ਨਹੀਂ ਸਰ ਜੀ ਹੋ ਹੀ ਨਹੀਂ ਸਕਦਾ, ਨਹੀਂ ਸਰ ਆਪਾਂ ਕੋਈ ਕੰਮ ਇੱਦਾਂ ਦਾ ਕਰ ਹੀ ਨਹੀਂ ਸਕਦੇ, ਹੌਸਲਾ ਟੁੱਟ ਜਾਏਗਾ, ਤਾਂ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਆਰਗੇਨਾਈਜੇਸ਼ਨ ਦਾ ਮਨੋਬਲ ਹੈ ਉਹ ਵੀ ਬਹੁਤ ਫਿੱਕਾ ਪੈ ਜਾਂਦਾ। ਔਰ ਇੱਕ ਪਰਸੈਪਸ਼ਨ ਵਿਅਕਤੀ ਦੀ ਬਹੁਤ ਅੱਛੇ ਮਨੋਬਲ ਦੇ ਨਾਲ ਕੰਪਨੀ ਨੂੰ ਡਿਵੈਲਪ ਕਰ ਸਕਦੀ ਹੈ। ਅਗਲੀ ਚੀਜ਼ ਆ ਜਾਂਦੀ ਲਰਨਿੰਗ ਦੀ। ਜੇ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਤੌਰ 'ਤੇ ਗੱਲ ਕਰਾਂ ਤਾਂ ਉਹ ਹੈ ਸਿੱਖਣਾ। ਵਿਅਕਤੀ ਦੀ ਸਾਰੀ ਜ਼ਿੰਦਗੀ ਸਿੱਖਣ ਦੇ ਵਿੱਚ ਨਿਕਲ ਜਾਂਦੀ ਹੈ, ਔਰ ਕੇਵਲ ਕਲਾਸ ਲਾਉਣ ਦੇ ਵਿੱਚ, ਕਲਾਸਰੂਮ ਦੇ ਵਿੱਚ ਬੈਠ ਕੇ ਇੱਕ ਸਿੱਖਣਾ ਨਹੀਂ ਹੈ। ਔਰ ਅਸੀਂ ਨਿੱਜੀ ਰੂਟੀਨ ਦੇ ਵਿੱਚ ਜਿਹੜੇ ਵੀ ਕੰਮ ਕਰਦੇ ਹਾਂ, ਚਾਹੇ ਅਸੀਂ ਇੱਕ ਛੋਟੇ ਹੁੰਦੇ ਤੋਂ ਸਾਈਕਲ ਚਲਾਉਣ ਤੋਂ ਲੈ ਕੇ ਮੋਟਰਸਾਈਕਲ ਚਲਾਉਣ ਤੱਕ, ਉਸ ਤੋਂ ਬਾਅਦ ਕਾਰ ਤੱਕ ਦਾ ਜਿਹੜਾ ਸਫ਼ਰ ਹੈ ਉਹ ਇੱਕ ਸਿੱਖਣਾ ਹੀ ਹੈ। ਉਹ ਸਾਡਾ ਨਿੱਜੀ ਰੂਟੀਨ ਦੀ ਆਦਤ ਹੈ। ਅਸੀਂ ਉਮਰ ਦੇ ਹਿਸਾਬ ਦੇ ਨਾਲ ਇਹਨਾਂ ਚੀਜ਼ਾਂ ਦਾ ਤਜਰਬਾ ਲੈਂਦੇ ਹਾਂ ਔਰ ਇਹ ਇੱਕ ਲਰਨਿੰਗ ਹੈ। ਇਸੇ ਤਰੀਕੇ ਦੇ ਨਾਲ ਹੀ ਅਗਰ ਅਸੀਂ ਇੰਡਸਟਰੀਅਲ ਲਰਨਿੰਗ ਦੀ ਗੱਲ ਕਰੀਏ ਤਾਂ ਉਹ ਇੱਕ ਸਾਡਾ ਪਰਮਾਨੈਂਟ ਬਿਹੇਵੀਅਰ ਬਣ ਜਾਂਦਾ, ਜਦੋਂ ਅਸੀਂ ਐਕਸਪੀਰੀਅੰਸ ਲੈਂਦੇ ਹਾਂ ਔਰ ਚੀਜ਼ਾਂ ਨੂੰ ਸਿੱਖ ਕੇ ਹਰ ਰੋਜ਼ ਡੇਲੀ ਰੂਟੀਨ ਦੇ ਵਿੱਚ ਆਪਣੇ ਆਪ ਨੂੰ ਅਡੈਪਟੇਬਲ ਕਰਦੇ, ਉਹ ਸਾਡੀ ਇੱਕ ਪਰਮਾਨੈਂਟ ਹੈਬਿਟ ਬਣਦੀ ਹੈ। ਐਂਡ ਡੈਟ ਇਜ਼ ਬਿਕੋਜ਼ ਆਫ ਦੀ ਲਰਨਿੰਗ। ਔਰ ਲਰਨਿੰਗ ਬੰਦੇ ਦੀ ਸਾਰੀ ਜ਼ਿੰਦਗੀ ਦੇ ਵਾਸਤੇ ਚੱਲਦੀ ਹੈ, ਔਰ ਇਹਦਾ ਸਿੱਖਣ ਦਾ ਨਾ ਤਾਂ ਕੋਈ ਫੇਜ਼ ਹੈ ਔਰ ਨਾ ਹੀ ਇਹਦਾ ਕੋਈ ਸਮਾਂ ਹੈ। Because the acquisition of knowledge or skills through the study, experience or being taught. Learning is relatively a permanent change in person's knowledge or behavior due to experience. This definition has three components. पहला component ये है कि the duration of change is long term rather than short term. दूसरा component ये है कि the locus of change is the content and structure of knowledge in memory or the behavior of a learner. ਤੀਜਾ ਕੰਪੋਨੈਂਟ is the cause of change in the learner's experience in the environment rather than fatigue, motivation, drugs, physical condition or psychological intervention. ਇਹ ਮੈਂ ਸਾਰੀਆਂ ਚੀਜ਼ਾਂ ਦੱਸੀਆਂ, ਇਹ ਡੈਫੀਨੇਸ਼ਨ ਤੋਂ ਪਹਿਲਾਂ ਮੈਂ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕੀਤਾ ਕਿ ਕਿਵੇਂ ਅਸੀਂ ਲਰਨਿੰਗ ਪ੍ਰੋਸੈਸ ਨੂੰ ਸਾਰੀ ਜ਼ਿੰਦਗੀ ਦੇ ਵਾਸਤੇ ਕੰਟੀਨਿਊ ਰੱਖਦੇ ਹਾਂ। ਉਸ ਤੋਂ ਬਾਅਦ ਆ ਜਾਂਦੀਆਂ ਵੈਲਿਊਜ਼ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀਆਂ। ਵੈਲਿਊਜ਼ ਨੂੰ ਅਸੀਂ ਗੱਲ ਕਰੀਏ, ਉਹਨਾਂ ਨੂੰ ਬੋਲਦੇ ਹਾਂ ਸਿਧਾਂਤ, ਕਿ ਸਾਡੇ ਕੀ ਸਿਧਾਂਤ ਹੈ। ਇਹ ਸਾਨੂੰ ਬਚਪਨ ਦੇ ਵਿੱਚ ਘਰਦਿਆਂ ਦੇ ਵੱਲੋਂ ਸਿਖਾਏ ਜਾਂਦੇ ਨੇ, ਮਾਤਾ ਪਿਤਾ ਦੇ ਵੱਲੋਂ ਸਿਖਾਏ ਜਾਂਦੇ ਨੇ। ਫੋਰ ਐਗਜ਼ਾਮਪਲ ਹੈ ਇਮਾਨਦਾਰੀ। ਇੱਕ ਇਮਾਨਦਾਰੀ ਇੱਦਾਂ ਦੀ ਚੀਜ਼ ਹੈ ਕਿ ਉਹ ਇੱਕ ਸਾਡਾ ਨਿੱਜੀ ਸਿਧਾਂਤ ਹੈ
ਇੱਕ ਵਿਅਕਤੀ ਆਪਣੇ ਕੰਮ ਦੇ ਪ੍ਰਤੀ ਇਮਾਨਦਾਰੀ ਦੇ ਨਾਲ ਕੰਮ ਕਰਦਾ ਹੈ, ਇੱਕ ਵਿਅਕਤੀ ਦਾ ਸੋਚਣ ਦਾ ਜ਼ਰੀਆ ਹੋਰ ਹੈ, ਉਹ ਕਿਤੇ ਨਾ ਕਿਤੇ ਕੰਮ ਕਰਨ ਤੋਂ ਕੰਨੀ ਕਤਰਾਉਂਦਾ ਹੈ। ਇਹ ਉਹਦੀਆਂ ਸਾਰੇ ਦੇ ਸਾਰੀਆਂ ਵੈਲਿਊਜ਼ ਦੇ ਉੱਤੇ ਡਿਪੈਂਡੈਂਟ ਹੈ। ਔਰ ਜੇਕਰ ਇੱਕ ਵਿਅਕਤੀ ਦੀ ਅੱਛੀ ਵੈਲਿਊਜ਼ ਹੈ, ਅੱਛੇ ਸਿਧਾਂਤ ਹੈ, ਉਹ ਆਪਣੀ ਆਰਗੇਨਾਈਜੇਸ਼ਨ ਨੂੰ ਬਹੁਤ ਉੱਪਰ ਤੱਕ ਲੈ ਕੇ ਜਾ ਸਕਦਾ। ਦੇਖੋ, ਵੈਲਿਊਜ਼ ਆਰ ਦੀ ਕਲੈਕਟਿਵ concepts of what is being good, desirable, proper or bad, undesirable or improper in a culture। ਸਪੋਜ਼ ਕਰ ਲਓ ਕਿ ਜਿਹੜੀਆਂ ਸਾਡੇ ਕੋਲ ਅੱਛੀ ਵੈਲਿਊਜ਼ ਹੈ, ਉਹ ਆਰਗੇਨਾਈਜੇਸ਼ਨ ਨੂੰ ਕਿਤੇ ਨਾ ਕਿਤੇ ਅੱਛੀ ਜਗ੍ਹਾ 'ਤੇ ਲੈ ਕੇ ਜਾਂਦੀਆਂ। ਫੋਰ ਐਗਜ਼ਾਮਪਲ ਦੀ ਹਿਊਮਨ ਵੈਲਿਊਜ਼ ਦੀ ਅਸੀਂ ਗੱਲ ਕਰ ਲਈਏ ਤਾਂ ਦੇ ਆਰ ਅਸੈਪਟੈਂਸ, ਕੰਸੀਡਰੇਸ਼ਨ, ਲਿਸਨਿੰਗ, ਓਪਨਨੈਸ, ਇਫੈਕਟਨੈਸ, ਐਂਥੀ ਐਂਡ ਲਵ ਟੂਵਰਡ ਦੀ ਅਦਰ ਹਿਊਮਨ ਬੀਇੰਗਸ। ਇਹ ਸਾਡੇ ਕੋਲ ਹਿਊਮਨ ਵੈਲਿਊਜ਼ ਆਉਂਦੀਆਂ। ਔਰ ਉਸ ਤੋਂ ਬਾਅਦ ਦੇ ਵਿੱਚ ਲਾਸਟ ਅਗਲਾ ਜਿਹੜਾ ਕੰਸੈਪਟ ਆਉਂਦਾ ਹੈ ਐਟੀਟਿਊਡ। ਐਟੀਟਿਊਡ ਦਾ ਮਤਲਬ ਅਸੀਂ ਕਹਿੰਦੇ ਹਾਂ ਕਿ ਕਿਸੇ ਚੀਜ਼ ਦੇ ਵਾਸਤੇ ਸਾਡਾ ਰਿਐਕਸ਼ਨ ਜਾਂ ਸਪਸ਼ਟੀਕਰਨ, ਛੋਟੀ ਜਿਹੀ ਭਾਸ਼ਾ ਦੇ ਵਿੱਚ। ਇਟ ਇਜ਼ ਅ ਕੰਸੈਪਟ ਫॉर ਦੀ ਵਰਕ ਪਲੇਸ। ਐਟੀਟਿਊਡ ਇਜ਼ ਦਾ ਫੀਲਿੰਗ ਆਫ ਐਨ EMPLOYEE ਅਬਾਊਟ ਹਿਜ਼ ਜੋਬ, ਹਿਜ਼ ਸੁਪੀਰੀਅਰਸ ਐਂਡ ਫੈਲੋ EMPLOYEES। ਜਿਸ ਤਰੀਕੇ ਦਾ ਵੀ ਸਾਡਾ ਰਿਐਕਸ਼ਨ ਹੋਵੇਗਾ, ਉਹੀ ਸਾਡਾ ਇੱਕ ਐਟੀਟਿਊਡ ਕੰਸੀਡਰ ਹੋਏਗਾ। ਔਰ ਐਟੀਟਿਊਡ ਵੇਰੀ ਫਰੋਮ ਪਰਸਨ ਟੂ ਪਰਸਨ। ਕੋਈ ਇੱਕ ਕੰਡੀਸ਼ਨ ਦੇ ਉੱਤੇ ਹੱਸ ਵੀ ਸਕਦਾ ਹੈ, ਕੋਈ ਇੱਕ ਕੰਡੀਸ਼ਨ 'ਤੇ ਰੋ ਵੀ ਸਕਦਾ ਹੈ, ਕੋਈ ਇੱਕ ਕੰਡੀਸ਼ਨ ਦੇ ਉੱਤੇ ਨਿਊਟਰਲ ਵੀ ਹੋ ਸਕਦਾ ਹੈ। ਫੋਰ ਐਗਜ਼ਾਮਪਲ ਇਹ ਹੈ ਕਿ ਇੱਕ ਪ੍ਰੋਡਕਸ਼ਨ ਮੈਨੇਜਰ ਦਾ ਕਿਸੇ ਡਾਊਨ ਲਾਈਨ ਦੇ ਵਿੱਚ ਆਪਣੇ ਕੰਮ ਕਰਨ ਵਾਲੇ ਲੇਬਰਮੈਨ ਦੇ ਨਾਲ ਬਹੁਤ ਅੱਛਾ ਰਿਲੇਸ਼ਨ ਹੈ। ਉਹ ਸਾਰੀ ਗਰੁੱਪ ਨੂੰ ਅੱਛੇ ਤਰੀਕੇ ਦੇ ਨਾਲ ਰੱਖ ਕੇ ਜਾਂਦੇ ਆ ਔਰ ਉਸ ਗਰੁੱਪ ਦੇ ਵਾਸਤੇ ਇਹ ਪਰਸੈਪਸ਼ਨ ਹੈ। ਪਰਸੈਪਸ਼ਨ ਮੀਨਸ ਕਿ ਉਹਨਾਂ ਦਾ ਸੋਚਣਾ ਹੈ ਕਿ ਉਹ ਇਹ ਸੋਚਦੇ ਆ, ਇਹ ਦੇਖਿਆ ਉਹਨਾਂ ਨੇ ਆਲੇ ਦੁਆਲੇ ਦੇ ਵਿੱਚ ਕਿ ਉਹ ਮੈਨੇਜਰ ਇੱਕ ਬਹੁਤ ਵਧੀਆ ਐਟੀਟਿਊਡ ਦਾ ਹੈ। ਔਰ ਇੱਕ ਐਟੀਟਿਊਡ ਦੇ ਮਾਧਿਅਮ ਦੇ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਹਾਂ ਔਰ ਅੱਛਾ ਰੁਤਬਾ ਲੈ ਕੇ ਜਾਂਦੇ ਹਾਂ। ਔਰ ਇਹ ਸੀ ਸਾਡੇ ਕੋਲ ਜਿਹੜੀਆਂ ਬਹੁਤ ਸਾਰੀਆਂ ਵੈਲਿਊਜ਼ ਇੰਪੋਰਟੈਂਟ ਹੈ। ਔਰ ਐਗਜ਼ਾਮੀਨੇਸ਼ਨ ਆਫ ਪੁਆਇੰਟ ਆਫ ਵਿਊ ਦੇ ਨਾਲ ਵੀ ਅਸੀਂ ਗੱਲ ਕਰੀਏ ਤਾਂ ਇਹ ਜਿਹੜੇ ਸਾਡੇ ਕੋਲ ਟੌਪਿਕਸ ਆਪਾਂ ਕੀਤੇ ਹੈ, ਇਹ ਬਹੁਤ ਵੱਡਾ ਰੋਲ ਅਦਾ ਕਰਦੇ ਆ। ਥੈਂਕਸ ਅ ਲੋਟ ਫॉर ਲਿਸਨਿੰਗ ਦਿਸ ਲੈਕਚਰ। ਐਂਡ ਅਗਲੇ ਲੈਕਚਰ ਦੇ ਵਿੱਚ ਅਸੀਂ ਫਿਰ ਇਸੇ ਤਰੀਕੇ ਦੇ ਨਾਲ PPT ਦੇ ਵਿੱਚ ਸ਼ਾਰਟ ਫਾਰਮ ਦੇ ਵਿੱਚ ਫਰੋਮ ਦੀ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਐਂਡ ਫॉर ਦਾ ਕਵਰੇਜ ਆਫ ਸਿਲੇਬਸ ਗੱਲ ਕਰਾਂਗੇ। ਥੈਂਕਸ ਅ ਲੋਟ।